ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਸਾਰੇ ਸਾਥੀਆਂ ਦੀ ਡਿਮਾਂਡ ਤੇ, ਕਿਉਂਕਿ ਬਹੁਤ ਸਾਰੇ ਫੋਨ ਤੇ ਮੈਸੇਜ ਲਗਾਤਾਰ ਆ ਰਹੇ ਸੀ ਕਿ ਬਾਕੀ YouTube ਚੈਨਲਸ ਨੇ ਜਿਹੜੇ ਉਹਨਾਂ ਦੇ ਉੱਪਰ ਬਾਕੀ ਸਬਜੈਕਟਸ ਦੇ ਐਕਸਪਰਟਸ ਦੇ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਜੋ ਕੁਐਸਚਨ ਆਊਟ ਆਫ ਸਿਲੇਬਸ ਸੀ ਉਹਨਾਂ ਦੀ ਗ੍ਰੇਸ ਡਿਪਾਰਟਮੈਂਟ ਦੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਤਾਂ ਉਹਦੇ ਰੈਫਰੈਂਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਸਾਡੇ ਵਿਸ਼ੇ ਦੇ ਵਿੱਚ, ਕਿਉਂਕਿ ਸਾਡੇ ਵੀ ਜੇ ਡਾਇਰੈਕਟਲੀ ਗੱਲ ਕਰੀਏ ਤਾਂ ਡਾਇਰੈਕਟਲੀ ਕੁਐਸਚਨ ਨੇ ਜਿਹੜੇ ਉਹ ਸਿਲੇਬਸ ਦੇ ਵਿੱਚੋਂ ਨਹੀਂ ਸੀਗੇ। 15 ਤੋਂ 20% ਜਿਹੜਾ ਹਿੱਸਾ ਸੀਗਾ ਪੂਰੇ ਪੇਪਰ ਦਾ ਉਹ ਇਨਡਾਇਰੈਕਟਲੀ ਆਊਟ ਆਫ ਸਿਲੇਬਸ ਸੀਗਾ। ਹਾਂ, ਇਨਡਾਇਰੈਕਟਲੀ ਕਿਤੇ ਨਾ ਕਿਤੇ ਲਿੰਕ ਕਰਦਾ, ਕਿਸ ਤਰੀਕੇ ਨਾਲ ਲਿੰਕ ਕਰਦਾ ਉਹ ਅਸੀਂ ਦੇਖਾਂਗੇ। ਤਾਂ ਅਸੀਂ ਦੇਖਦੇ ਹਾਂ ਜੀ ਕਿ ਸਾਡੇ ਵਿਸ਼ੇ ਦੇ ਵਿੱਚ ਇਹ ਨੰਬਰ ਮਿਲਣੇ ਚਾਹੀਦੇ ਨੇ ਜਾਂ ਨਹੀਂ। ਤਾਂ ਬਹੁਤ ਸਾਰੇ ਦੋਸਤ ਇਸ ਗੱਲੋਂ ਵੀ ਡਰ ਰਹੇ ਨੇਗੇ ਕਿ ਕਿਤੇ ਪੇਪਰ ਹੈ ਜਿਹੜਾ ਇਸ ਕਾਰਨ ਕਰਕੇ, ਇਸ ਤਰ੍ਹਾਂ ਦੀ ਕਾਰਵਾਈ ਕਰਕੇ ਕੈਂਸਲ ਨਾ ਹੋ ਜਾਵੇ। ਤਾਂ ਇਹ ਬਿਲਕੁਲ ਨਹੀਂ ਹੋਊਗਾ, ਪੇਪਰ ਕੈਂਸਲ ਤਾਂ ਨਹੀਂ ਹੋਊਗਾ ਬਿਲਕੁਲ ਵੀ, ਕਿਉਂਕਿ ਡਿਪਾਰਟਮੈਂਟ ਦੇ ਜਦੋਂ ਵੀ ਕੋਈ ਪੇਪਰ ਸੈੱਟ ਕਰਦਾ ਤਾਂ ਉਹ ਬਹੁਤ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਰਦੇ ਨੇ ਪੇਪਰ ਨੂੰ ਸੈੱਟ। ਤਾਂ ਆਪਾਂ ਦੇਖਾਂਗੇ ਕਿ ਕਿਹੜੀਆਂ ਟੈਕਨੀਕਲ ਆਸਪੈਕਟਸ ਨੇ ਜਿਹੜੇ ਅਸੀਂ ਨੇ ਪਹਿਲਾਂ ਨਹੀਂ ਦੇਖੇ, ਜਿਹੜੇ ਦੇਖਣੇ ਚਾਹੀਦੇ ਸੀ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਪੇਪਰ ਹੈ ਜਿਹੜਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਿਲੇਬਸ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਰਿਲੇਟਡ ਹੈਗਾ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਇਹ ਲੈਟਰ ਦੇਖ ਲਈਏ ਜੀ। ਸਾਡੇ ਕੁਝ ਸਾਥੀਆਂ ਦੇ ਵੱਲੋਂ ਇਹ ਲੈਟਰ ਹੈ ਜਿਹੜਾ ਉਹ ਡਿਪਾਰਟਮੈਂਟ ਨੂੰ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਕੁਐਸਚਨ ਡਾਇਰੈਕਟਲੀ ਸਿਲੇਬਸ ਦੇ ਵਿੱਚੋਂ ਨਹੀਂ ਆਏ, ਆਊਟ ਆਫ ਸਿਲੇਬਸ ਆਏ ਨੇ, ਕਿਉਂਕਿ ਸਿਲੇਬਸ ਦੇ ਵਿੱਚ ਜੋ ਕੁਝ ਹੈਗਾ ਸੀ ਉਹ ਸਾਰਾ ਕੁਝ ਅਸੀਂ ਬਹੁਤ ਵਧੀਆ ਤਰੀਕੇ ਨਾਲ ਪੜ੍ਹਿਆ ਸੀ ਉਹ ਕਹਿੰਦੇ। ਅਤੇ ਕਿਉਂਕਿ ਜਿਹੜਾ ਸਿਲੇਬਸ ਦੇ ਵਿੱਚ ਚੀਜ਼ ਹੈ ਹੀ ਨਹੀਂ ਸੀ, ਅਸੀਂ ਉਹਨੂੰ ਪੜ੍ਹਦੇ ਕਿਵੇਂ। ਤਾਂ ਜਿਹੜੇ ਉਹ ਸਵਾਲ ਪੇਪਰ ਦੇ ਵਿੱਚ ਆਏ ਨੇ ਤਾਂ ਉਹ ਸਾਰੇ ਜਿੰਨੇ ਵੀ ਬੱਚਿਆਂ ਨੇ ਪੇਪਰ ਦੇ ਵਿੱਚ ਭਾਗ ਲਿਆ ਤਾਂ ਸਾਰਿਆਂ ਦੇ ਸਾਰਿਆਂ ਨੂੰ ਉਹਦੀ ਗ੍ਰੇਸ ਅੰਕ ਨੇ ਜਿਹੜੇ ਉਹ ਮਿਲਣੇ ਚਾਹੀਦੇ ਨੇ। ਅਤੇ ਅਪਰੋਕਸੀਮੇਟਲੀ 20 ਤੋਂ 20+ ਕੁਐਸਚਨ ਨੇ ਜਿਹੜੇ ਮੰਨੇ ਜਾ ਰਹੇ ਨੇ ਕਿ ਉਹ ਆਊਟ ਆਫ ਸਿਲੇਬਸ ਹੈਗੇ ਨੇ। ਤਾਂ ਉਹ ਕਿਵੇਂ ਆਊਟ ਆਫ ਸਿਲੇਬਸ ਨੇ ਜਾਂ ਸਿਲੇਬਸ ਦੇ ਨਾਲ ਉਹਨਾਂ ਦਾ ਲਿੰਕ ਕੀ ਹੈ, ਇਹ ਅਸੀਂ ਅੱਗੇ ਦੇਖਦੇ ਹਾਂ। ਤਾਂ ਕਿਹੜੇ ਕੁਐਸਚਨ ਨੇ ਅਸੀਂ ਉਹ ਵੀ ਦੇਖਾਂਗੇ। ਤਾਂ ਅੰਤ ਤੱਕ ਵੀਡੀਓ ਦੇ ਨਾਲ ਬਣੇ ਰਹੋ ਜੀ, ਆਓ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਲੈਟਰ ਹੈ ਜੀ, ਇਹ ਜਿਹੜਾ ਸਿਲੇਬਸ ਪਬਲਿਸ਼ ਕੀਤਾ ਸੀਗਾ ਸਾਡੇ SCERT ਦੁਆਰਾ ਸਿਲੇਬਸ ਦਿੱਤਾ ਗਿਆ। ਤਾਂ ਇਹਨੂੰ ਬੜੇ ਧਿਆਨ ਨਾਲ ਪੜ੍ਹਨ ਵਾਲਾ ਲੈਟਰ ਹੈਗਾ ਇਹ। ਜਦੋਂ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਬੇਸ਼ੱਕ ਉਹਨਾਂ ਨੇ ਇਹਦੇ ਵਿੱਚ ਇੱਕ ਕਲੌਜ਼ ਪਾਇਆ ਲਾਸਟ ਦੇ ਉੱਪਰ। ਇਹਨਾਂ ਨੇ ਕੀ ਆਖਿਆ ਕਿ 6ਵੀਂ ਤੋਂ 8ਵੀਂ ਜਿਹੜੀ ਕਲਾਸ ਹੈਗੀ ਹੈ ਨਾ, ਜਿਹੜੀ 6ਵੀਂ ਤੋਂ 8ਵੀਂ ਕਲਾਸ ਹੈ ਉਸ ਦਾ ਸਿਲੇਬਸ ਹੈ ਜਿਹੜਾ ਉਹ ਤੁਹਾਡੇ ਪੇਪਰ ਦੇ ਵਿੱਚ ਆਏਗਾ। ਪਰ ਦੇਖੋ ਨਾਲ ਦੀ ਨਾਲ ਉਹ ਕੀ ਕਹਿੰਦੇ ਨੇ, ਤਾਂ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਡਿਪਾਰਟਮੈਂਟ ਦਾ ਸਿਲੇਬਸ ਦੇਖੋ, ਇੱਕ ਤਾਂ SCERT ਵਾਲਾ ਹੋ ਗਿਆ, ਦੂਸਰਾ NCERT ਦੀਆਂ ਬੁੱਕਸ ਦੇ ਵਿੱਚੋਂ ਵੀ ਜਿਹੜਾ ਪੇਪਰ ਉਹ ਆ ਸਕਦਾ ਹੈ। ਯਾਨੀ ਕਿ ਜਿਹੜੀਆਂ ਸਾਡੀਆਂ PSEB ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚੋਂ ਵੀ, ਐਜ਼ ਵੈਲ ਐਜ਼ ਜਿਹੜੀਆਂ CBSE ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚੋਂ ਵੀ ਸਿਲੇਬਸ ਹੈ ਜਿਹੜਾ ਉਹ ਆ ਸਕਦਾ ਹੈ। ਦੂਜੀ ਇੱਥੇ ਇੰਪੋਰਟੈਂਟ ਚੀਜ਼ ਜਿਹੜੀ ਦੇਖਣ ਵਾਲੀ ਹੈ, ਜਿਹੜੀ ਇਹਨਾਂ ਨੇ ਦਿੱਤੀ ਹੈ ਜੀ ਇੰਸਟਰਕਸ਼ਨ ਦੇ ਵਿੱਚ ਦਿੱਤੀ ਹੈ, ਜਿਹੜੀ ਇਹਨਾਂ ਨੇ ਇੰਪੋਰਟੈਂਟ ਚੀਜ਼ ਹੈਗੀ ਹੈ, ਇਹ ਦੇਖੋ ਕਿ ਪੇਪਰ 2 ਹੈ ਜਿਹੜਾ ਉਹ ਵੈਸੇ ਜਿਹੜਾ ਸਿਲੇਬਸ ਹੈ ਉਹਦੇ ਉੱਪਰ ਆਧਾਰਿਤ ਹੋਊਗਾ, ਪਰ ਉਹਨਾਂ ਦਾ ਡਿਫੀਕਲਟੀ ਲੈਵਲ ਜਿਹੜਾ ਹੈਗਾ ਉਹ ਅਤੇ ਉਹਨਾਂ ਦਾ ਲਿੰਕੇਜ ਜਿਹੜਾ ਹੈਗਾ ਦੇਖੋ ਸੈਕੰਡਰੀ ਸਟੇਜ ਤੱਕ ਜਾ ਸਕਦਾ। ਇੰਪੋਰਟੈਂਟ ਲਾਈਨ ਹੈ ਜੀ, ਧਿਆਨ ਨਾਲ ਪੜ੍ਹਨ ਵਾਲੀ ਹੈ, ਕਿਉਂਕਿ ਮੋਸਟ ਆਫ ਦਾ ਜਿਹੜੇ ਸਾਡੇ ਫਿਜ਼ੀਕਲ ਐਜੂਕੇਸ਼ਨਸ ਦਾ ਸਿਲੇਬਸ ਸੀਗਾ ਜਿਹੜੇ ਉਹਦੇ ਕੁਐਸਚਨ ਆਏ ਨੇ ਉਹ ਕਿਤੇ ਨਾ ਕਿਤੇ 11ਵੀਂ ਅਤੇ 12ਵੀਂ ਜੋ ਪੰਜਾਬ ਬੋਰਡ ਦੀ ਕਿਤਾਬ ਹੈ ਅਤੇ CBSE ਬੋਰਡ ਦੀ ਕਿਤਾਬ ਹੈ, ਜ਼ਿਆਦਾ ਕੁਐਸਚਨ ਜਿਨ੍ਹਾਂ ਨੂੰ ਅਸੀਂ ਬਾਹਰੋਂ ਦੱਸ ਰਹੇ ਹਾਂ ਜਾਂ ਸਾਨੂੰ ਬਾਹਰੋਂ ਲੱਗ ਰਹੇ ਨੇ, ਤਾਂ ਉਹ ਜ਼ਿਆਦਾਤਰ ਕੁਐਸਚਨ ਨੇ ਜਿਹੜੇ ਉਹ +1 2 CBSE ਅਤੇ ਪੰਜਾਬ ਬੋਰਡ ਦੋਨਾਂ ਕਿਤਾਬਾਂ ਦੇ ਵਿੱਚੋਂ ਜ਼ਿਆਦਾ ਦਿੱਤੇ ਗਏ ਨੇ। ਤਾਂ ਅਸੀਂ ਇਹ ਅੱਗੇ ਚੱਲ ਕੇ ਦੇਖਾਂਗੇ ਕਿ ਕਿਹੜੇ ਕੁਐਸਚਨ ਕਿਹੜੇ ਦੇ ਵਿੱਚੋਂ ਦਿੱਤੇ ਗਏ ਨੇ। ਤਾਂ ਇੱਥੇ ਡਿਪਾਰਟਮੈਂਟ ਨੇ ਬਿਲਕੁਲ ਸਾਫ਼ ਕੀਤਾ ਕਿ ਬੇਸ਼ੱਕ ਅਸੀਂ 6ਵੀਂ ਤੋਂ ਲੈ ਕੇ 8ਵੀਂ ਤੱਕ ਦਾ ਸਿਲੇਬਸ ਦੇ ਰਹੇ ਹਾਂ, ਪਰ ਇਹਨਾਂ ਦਾ ਲਿੰਕੇਜ ਹੈ ਜਿਹੜਾ ਉਹ ਅਪ ਟੂ ਸੈਕੰਡਰੀ ਲੈਵਲ ਹੈਗਾ ਜੀ। ਅਤੇ ਕਿਤਾਬਾਂ ਸਿਰਫ ਪੰਜਾਬ ਬੋਰਡ ਦੀਆਂ ਨਹੀਂ, NCERT ਦੀਆਂ ਕਿਤਾਬਾਂ ਵੀ ਤੁਹਾਨੂੰ ਪੜ੍ਹਨੀਆਂ ਪੈਣਗੀਆਂ। ਤਾਂ ਇਹ ਕੁਛ ਟੈਕਨੀਕਲ ਆਸਪੈਕਟਸ ਨੇ ਜਿਹੜੇ ਸਾਨੂੰ ਦੇਖਣੇ ਪੈਣਗੇ ਕਿ ਗ੍ਰੇਸ ਅੰਕ ਮਿਲਣਗੇ ਅਤੇ ਜਾਂ ਸਾਨੂੰ ਨਹੀਂ, ਜਾਂ ਡਿਪਾਰਟਮੈਂਟ ਇਸ ਲੈਟਰ ਦਾ ਜਵਾਬ ਕੀ ਦੇਵੇਗਾ। ਤਾਂ ਉਹ ਇਹਨਾਂ ਦੇ ਆਧਾਰ 'ਤੇ ਹੋਵੇਗਾ। ਤਾਂ ਡਿਪਾਰਟਮੈਂਟ ਹੈ ਜਿਹੜਾ ਉਹ ਕਹੇਗਾ ਕਿ ਲਿੰਕੇਜ ਬਿਲਕੁਲ ਹੈਗੇ ਨੇ, ਲਿੰਕ ਇਹਨਾਂ ਦਾ ਨਿਕਲੇਗਾ ਜੀ ਕੁਐਸਚਨਸ ਦਾ। ਅਤੇ ਦੂਸਰਾ ਉਹਨਾਂ ਨੇ ਸੈਕੰਡਰੀ ਲੈਵਲ ਆਲਰੇਡੀ ਮੈਂਸ਼ਨਸ ਇੱਥੇ ਕੀਤਾ ਹੋਇਆ।
ਤਾਂ ਇਹ ਲੈਟਰ ਜੀ ਤੁਸੀਂ ਦੇਖ ਸਕਦੇ ਹੋ, ਇਹ ਪਹਿਲਾਂ ਆਇਆ ਹੋਇਆ ਪੇਪਰ ਹੋਣ ਤੋਂ ਪਹਿਲਾਂ, ਜਿਹੜਾ ਸਿਲੇਬਸ ਹੈ ਸਿਲੇਬਸ 'ਤੇ ਪਬਲਿਸ਼ ਵੀ ਹੋਣ ਤੋਂ ਵੀ ਪਹਿਲਾਂ ਦਾ ਇਹ ਲੈਟਰ ਹੈਗਾ। ਤਾਂ ਅੱਗੇ ਅਸੀਂ ਕੁਛ ਕੁਐਸਚਨ ਨੇ ਜਿਹੜੇ ਉਹ ਦੇਖ ਲਏ ਜੀ। ਸਭ ਤੋਂ ਪਹਿਲਾਂ ਇਹ ਕੁਐਸਚਨ ਦੇ ਵਿੱਚ ਥੋੜ੍ਹੀ ਕਨਫਿਊਜ਼ਨ ਸੀ। ਪਹਿਲਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਦਿੱਤਾ ਗਿਆ ਸੀਗਾ ਜੀ, ਉਹ ਦਿੱਤਾ ਗਿਆ ਸੀਗਾ ਸਾਡੇ ਦੁਆਰਾ ਵੀ ਦਿੱਤਾ ਗਿਆ ਸੀਗਾ, ਉਹ ਡੈਲਟੋਇਡ ਦਿੱਤਾ ਗਿਆ ਸੀ। ਬਟ ਬਾਇਓਮਕੈਨਿਕਲੀ ਕੁਛ ਟੈਕਨੀਕਲ ਜਿਹੜੇ ਐਕਸਪਰਟ ਹੋਰ ਹੈਗੇ ਸੀ, ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਬਾਇਓਮਕੈਨਿਕਲੀ ਪੁੱਲ ਦਾ ਮਤਲਬ ਕੀ ਹੈ। ਪੁੱਲ ਦਾ ਮਤਲਬ ਸਿੰਪਲ ਹੀ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਉਹ ਕਹਿੰਦੇ ਅੱਗੇ ਤੋਂ ਖਿੱਚ ਰਹੇ ਹੋ, ਤਾਂ ਅੱਗੇ ਤੋਂ ਖਿੱਚਣ ਵੇਲੇ ਬਾਂਹ ਹੈ ਜਿਹੜੀ ਤੁਹਾਡੀ ਬੈਂਡ ਹੋ ਰਹੀ ਹੈ, ਅਤੇ ਜਦੋਂ ਬਾਂਹ ਬੈਂਡ ਹੋ ਰਹੀ ਹੈ ਤੁਹਾਡੀ, ਇਟ ਮੀਨਸ ਤੁਹਾਡਾ ਕਿਹੜਾ ਮਸਲ ਕੰਮ ਕਰ ਰਿਹਾ ਜੀ, ਬਾਈਸੈਪ। ਤਾਂ ਇਹਦੇ ਜਿਹੜੇ ਜ਼ਿਆਦਾ ਪ੍ਰੋਬੇਬਿਲਿਟੀ ਹੈਗੀ ਆਨਸਰ ਆਉਂਦੀ ਉਹ ਬਾਈਸੈਪ ਹੈ, ਕਿਉਂਕਿ ਪੁੱਲ ਦੇ ਵਿੱਚ ਬਾਂਹ ਹੈ ਜਿਹੜੀ ਤੁਹਾਡੀ ਉਹਨੂੰ ਬੈਂਡ ਹੋਣਾ ਪੈਂਦਾ। ਤਾਂ ਇੱਕੋ ਟਰਮ ਬਾਇਓਮਕੈਨਿਕਲੀ ਪੁੱਲ ਵਰਡ ਹੈ ਜਿਹੜਾ ਕਿਸੇ ਚੀਜ਼ ਨੂੰ ਖਿੱਚਣ ਦੇ ਲਈ ਵਰਤਿਆ ਜਾਂਦਾ। ਜਦੋਂ ਕਿਸੇ ਚੀਜ਼ ਨੂੰ ਅਸੀਂ ਆਪਣੇ ਵੱਲ ਖਿੱਚਦੇ ਹਾਂ ਤਾਂ ਬਾਂਹ ਹੈ ਜਿਹੜੀ ਫੋਲਡ ਹੁੰਦੀ ਹੈ, ਫੋਲਡ ਹੋਣ ਦੇ ਲਈ ਅਸੀਂ ਬਾਈਸੈਪ ਮਸਲਾ ਜਿਹੜਾ ਇਹ ਯੂਜ਼ ਕਰਦੇ ਹਾਂ। ਤਾਂ ਇਹ ਕੁਐਸਚਨ ਹੈ ਜਿਹੜਾ ਤੁਸੀਂ ਇਹ ਵੀ ਕਰੈਕਟ ਕਰ ਲਿਓ ਜੀ। ਅਗਲੇ ਕੁਐਸਚਨ ਜਿਹੜੇ ਬਾਹਰੋਂ ਆਏ ਨੇ ਉਹ ਮੈਂ ਤੁਹਾਨੂੰ ਦਿਖਾ ਰਿਹਾ, ਬਿਲਕੁਲ ਇੱਕ ਬੜੀ ਤੇਜ਼ੀ ਦੇ ਨਾਲ ਅਸੀਂ ਇਹ ਕੁਐਸਚਨ ਦੇਖਾਂਗੇ, ਅਤੇ ਐਟ ਲਾਸਟ 'ਤੇ ਜਾ ਕੇ ਅਸੀਂ ਦੇਖਦੇ ਹਾਂ ਜੀ ਕਿ ਇਹਨਾਂ ਦਾ ਲਿੰਕ ਕਿੱਥੇ ਕਿੱਥੇ ਬੈਠਦਾ। ਤਾਂ BMI ਦਾ ਕੁਐਸਚਨ ਆਇਆ ਸੀ, ਵੈਸੇ ਮੌਕ ਟੈਸਟ ਦੇ ਵਿੱਚ ਇਹ ਕੀਤਾ ਵੀ ਸੀ ਅਸੀਂ ਨੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਕੁਛ ਕੁਐਸਚਨ ਨੇ ਜਿਹੜੇ ਜਦੋਂ ਵੀ ਤੁਸੀਂ ਕੋਈ ਵੀ ਪੇਪਰ ਦੇਣ ਜਾਂਦੇ ਹੋ ਤਾਂ ਪਹਿਲਾਂ ਹੀ ਆਪਣੇ ਮਾਈਂਡ ਦੇ ਵਿੱਚ ਰੱਖਣਾ ਕਿ ਕੁਛ ਕੁਐਸਚਨ ਆਊਟ ਆਫ ਸਿਲੇਬਸ ਤੁਹਾਨੂੰ ਲੱਗਣਗੇ ਅਤੇ ਜਾਂ ਫਿਰ ਆਉਣਗੇ ਵੀ। ਹਰ ਇੱਕ ਪੇਪਰ ਕੋਈ ਵੀ ਪੇਪਰ ਦੇ ਵਿੱਚ ਜਾਓਗੇ ਤਾਂ ਥੋੜ੍ਹੇ ਬਹੁਤ ਕੁਐਸਚਨ ਨੇ ਜਿਹੜੇ ਉਹ ਆਊਟ ਆਫ ਸਿਲੇਬਸ ਹੋ ਹੀ ਜਾਂਦੇ ਨੇ। ਤਾਂ ਦੇਖੋ ਜੀ, BMI ਦਾ ਕੁਐਸਚਨ ਆਇਆ ਸੀਗਾ। ਇਸ ਤੋਂ ਬਿਨਾਂ ਇਹ ਹੈਗਾ ਸਾਡਾ ਜਿਹੜਾ ਕਿ ਕੁਐਸਚਨ ਹੈਗਾ CBSE ਦੀ ਬੁੱਕ ਦੇ ਵਿੱਚੋਂ ਹੈਗਾ। ਇਹ ਕੁਐਸਚਨ ਜਿਹੜਾ ਸੈੱਟ ਕੀਤਾ ਗਿਆ ਡਾਈਟਿੰਗ ਦੇ ਨਾਲ ਸੰਬੰਧਿਤ ਹੈਗਾ, ਹੈ ਨਾ, ਕਿ ਤੁਸੀਂ weight lose ਕਿਵੇਂ ਕਰਨਾ। ਉਸ ਤੋਂ ਬਾਅਦ ਆ ਗਿਆ ਜੀ ਸਾਡਾ 2 ਮਿੰਟ ਸਸਪੈਂਸ਼ਨ ਹੈਗਾ ਜੀ। ਇਹ ਹੈਂਡਬਾਲ ਦੀ ਗੇਮ ਦੇ ਵਿੱਚ ਕੀ ਦਿੱਤਾ ਜਾਂਦਾ ਹੈ 2 ਮਿੰਟ ਸਸਪੈਂਸ਼ਨ। ਤਾਂ ਡਾਇਰੈਕਟਲੀ ਗੇਮਸ ਬਾਰੇ ਸਾਡੇ ਤੋਂ ਕੁਛ ਵੀ ਨਹੀਂ ਪੁੱਛਿਆ ਗਿਆ, ਹੈ ਨਾ। ਉਸ ਤੋਂ ਬਾਅਦ ਕਰੰਟ ਅਫੇਅਰ ਆ ਗਿਆ ਜੀ। ਕਰੰਟ ਅਫੇਅਰ ਬਾਰੇ ਸਾਡੇ ਸਿਲੇਬਸ ਦੇ ਵਿੱਚ ਕਿਤੇ ਨਹੀਂ ਹੈ। ਉਸ ਤੋਂ ਬਾਅਦ LNFI ਬਾਰੇ ਆ ਗਿਆ ਜੀ, ਲਕਸ਼ਮੀ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ, ਹੈ ਨਾ, ਇਹਦੇ ਬਾਰੇ ਡਾਇਰੈਕਟਲੀ ਕੁਛ ਨਹੀਂ ਹੈ ਸਾਡੇ। ਉਸ ਤੋਂ ਬਾਅਦ ਵਿੰਟਰ ਓਲੰਪਿਕਸ ਬਾਰੇ ਆ ਗਿਆ। ਇਹ ਕੁਐਸਚਨ ਕਿਤੇ ਨਾ ਕਿਤੇ ਹੈ ਸੀਗਾ ਕਿ ਜੇ ਤੁਸੀਂ ਪ੍ਰੈਕਟੀਕਲ ਫਾਈਲਸ ਦੇਖੋਗੇ। ਦੂਜੀ ਗੱਲ, ਅਸੀਂ ਨੇ ਸਿਲੇਬਸ ਤਾਂ ਦੇਖ ਲਿਆ 6ਵੀਂ ਤੋਂ 8ਵੀਂ ਦਾ, ਬਟ ਪ੍ਰੈਕਟੀਕਲ ਜਿਹੜਾ ਆਸਪੈਕਟ ਸੀਗਾ, ਹੈ ਨਾ, ਉਹਦੇ ਵਿੱਚ ਬਹੁਤ ਸਾਰੀਆਂ ਗੇਮਸ, ਐਥਲੈਟਿਕਸ, ਸਾਰਾ ਕੁਛ ਦਿੱਤਾ ਹੋਇਆ। ਹੁਣ 6ਵੀਂ ਤੋਂ 8ਵੀਂ ਦੀ ਗੱਲ ਹੋ ਰਹੀ, ਕਿਉਂਕਿ ਸੈਕੰਡਰੀ ਲੈਵਲ ਉਹਨਾਂ ਨੇ ਦੇਤਾ, ਤਾਂ 6ਵੀਂ ਤੋਂ 12ਵੀਂ ਦੀ ਗੱਲ ਹੀ ਸਮਝੋ। ਤਾਂ 6ਵੀਂ ਦੀਆਂ 12ਵੀਂ ਦੀਆਂ ਪ੍ਰੈਕਟੀਕਲਾਂ ਵੀ ਇਨਵੋਲਵ ਹੋ ਗਈਆਂ, ਜੋ ਕੁਛ ਪ੍ਰੈਕਟੀਕਲਾਂ ਦੇ ਵਿੱਚ ਦਿੱਤਾ ਹੋਇਆ। ਅਗਲਾ ਦੇਖ ਲਈਏ ਜੀ, ਪੈਰਾ ਓਲੰਪਿਕਸ ਕਿਹਨੇ ਦਿੱਤੀ। ਤਾਂ ਸਿੰਪਲੀ ਜੇਕਰ +2 ਦੀ ਤੁਸੀਂ ਕਿਤਾਬ ਦੇਖੋਗੇ ਤਾਂ ਉਹਦੇ ਵਿੱਚ ਡਿਸੇਬਿਲਿਟੀ ਦਾ ਇੱਕ ਚੈਪਟਰ ਪੂਰਾ ਹੈਗਾ, ਹੈ ਨਾ, ਜੋ ਪੈਰਾ ਓਲੰਪਿਕਸ, ਜਿਹਦੇ ਵਿੱਚ ਅਸੀਂ ਐਡ ਆਨ ਕਰ ਸਕਦੇ ਹਾਂ। ਅੱਗੇ ਲਾਅ ਆਫ ਮੋਸ਼ਨ ਬਾਇਓਮਕੈਨਿਕਸ ਆ ਗਿਆ ਜੀ, ਜਾਂ ਕੰਜਿਓਲੋਜੀ ਬਾਇਓਮਕੈਨਿਕਸ ਆ ਗਏ, ਹੈ ਨਾ, ਜਿਹੜੇ ਕਿ ਤੁਹਾਨੂੰ CBSE ਦੇ ਵਿੱਚ ਮਿਲ ਜਾਣਗੇ। ਅੱਗੇ ਦੇਖ ਲਈਏ ਜੀ ਡੋਪਿੰਗ, ਤਾਂ ਡੋਪਿੰਗ ਵੀ ਉਹਦਾ ਹੀ ਹਿੱਸਾ ਹੈ। ਉਸ ਤੋਂ ਬਾਅਦ ਆ ਗਿਆ ਜੀ ਇਹ ਕੁਐਸਚਨ ਹੈ ਜਿਹੜਾ ਥੋੜ੍ਹਾ ਡੀਪਲੀ ਕੁਐਸਚਨ ਸੀਗਾ, ਹੈਗਾ ਫਸਟ ਏਡ ਦੇ ਹੀ ਹੈ ਨਾ। ਇਹ ਕੁਐਸਚਨ ਨੂੰ ਵੀ ਬਾਹਰੋਂ ਦੱਸਿਆ ਜਾ ਰਿਹਾ। ਸਪਲਿੰਟ ਟੈਕਨੀਕ ਹੈਗੀ ਹੈ, ਇਹਦੀਆਂ ਆਪਸ਼ਨਸ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਰਾਈਟ ਨਹੀਂ ਹੈਗੀਆਂ, ਕਿਉਂਕਿ ਇਹ ਟੈਕਨੀਕ ਹੈ ਜਿਹੜੀ ਥੋਮਸ ਸਪਲਿੰਟ ਟੈਕਨੀਕ, ਇਹ ਯੂਜ਼ ਕੀਤੀ ਜਾਂਦੀ ਹੈ ਜੀ ਫ੍ਰੈਕਚਰ ਦੇ ਲਈ, ਅਤੇ ਫ੍ਰੈਕਚਰ ਆਪਸ਼ਨ ਨਹੀਂ ਦਿੱਤੀ ਹੋਈ। ਤਾਂ ਇਹ ਕੁਐਸਚਨ ਦੇ ਗ੍ਰੇਸ ਅੰਕ ਮਿਲਣ ਦੇ ਥੋੜ੍ਹੀ ਪ੍ਰੋਬੇਬਿਲਿਟੀ ਹੈਗੀ ਆ, ਬਟ ਕਿਤੇ ਨਾ ਕਿਤੇ ਕਿਉਂਕਿ ਸਪਰੇਨ ਵੀ ਇੱਕ ਬੋਨ ਨੂੰ ਬੰਨ੍ਹਣ ਦੇ, ਕਿਉਂਕਿ ਸਪਰੇਨ ਹੈ ਜਿਹੜੀ ਇੱਕ ਲੀਗਾਮੈਂਟ ਇੰਜਰੀ ਹੈਗੀ ਹੈ। ਲੀਗਾਮੈਂਟ 2 ਹੱਡੀਆਂ ਨੂੰ ਬੰਨ੍ਹ ਕੇ ਰੱਖਣ ਦਾ ਕੰਮ ਕਰਦਾ, ਤਾਂ ਹੱਡੀ ਨੂੰ ਆਪਣੇ ਥਾਂ ਟਿਕਾਣੇ ਰੱਖਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨਡਾਇਰੈਕਟਲੀ, ਹੈ ਨਾ। ਤਾਂ ਇਹ ਰਿਲੇਟ ਹੋ ਸਕਦਾ, ਵੈਸੇ ਹੋ ਸਕਦਾ ਇਹਦਾ ਗ੍ਰੇਸ ਅੰਕ ਮਿਲ ਜਾਵੇ। ਅੱਗੇ ਜੀ ਸਾਡਾ ਬੈਲੈਂਸ ਡਾਈਟ ਦੇ ਵਿੱਚੋਂ ਕੁਐਸਚਨ ਆ ਜਾਂਦਾ। ਇਹ ਨੋਰਮਲ ਬੇਸਲ ਐਨਰਜੀ ਰਿਕੁਆਇਰਮੈਂਟ ਸਾਡੀ ਕੀ ਹੈਗੀ ਹੈ ਜੀ। ਉਸ ਤੋਂ ਬਾਅਦ 1500 ਮੀਟਰ, ਇਹ ਤਾਂ ਕੁਐਸਚਨ ਚਲੋ ਨੋਰਮਲ ਹੈ। ਤਾਂ ਇੰਡੋਰੈਂਸ ਦਾ ਕੁਐਸਚਨ ਹੈਗਾ ਫਿਜ਼ੀਕਲ ਕਪੈਸਿਟੀ ਦੇ ਵਿੱਚ, ਇਹ ਤਾਂ ਸਹੀ ਹੈ ਕੁਐਸਚਨ। ਉਸ ਤੋਂ ਬਾਅਦ ਬੈਰੋ ਮੋਟਰਬਿਲਿਟੀ ਟੈਸਟ ਆ ਗਿਆ ਜੀ। ਤਾਂ ਇਹ ਟੈਸਟ ਹੈ ਜਿਹੜਾ, ਇਹ ਵੀ ਤੁਹਾਨੂੰ CBSE ਦੀ ਬੁੱਕਸ ਦੇ ਵਿੱਚ ਮਿਲ ਜੂਗਾ। ਬਾਕੀ ਤੁਹਾਡੇ ਕੋਲ ਇੱਕ ਟੌਪਿਕ ਹੈਗਾ ਸੀਗਾ ਅਸੈਸਮੈਂਟ ਟੂਲਸ ਆਫ ਫਿਜ਼ੀਕਲ ਹੈਲਥ, ਹੈ ਨਾ, ਉਹਦੇ ਵਿੱਚ ਇਹਨੂੰ ਕੰਸੀਡਰ ਕਰ ਸਕਦਾ ਡਿਪਾਰਟਮੈਂਟ। ਉਸ ਤੋਂ ਬਾਅਦ ਇਹ ਸਾਡਾ ਆ ਗਿਆ ਇੱਕ ਗਵਰਨਿੰਗ ਬੋਡੀ ਪੁੱਛੀ ਹੋਈ ਹੈ ਗੇਮ ਦੀ। ਉਸ ਤੋਂ ਬਾਅਦ ਆ ਗਿਆ ਜੀ ਸਾਡਾ ਇਨਐਬਿਲਿਟੀ ਟੂ ਸਲੀਪ ਵੈਲ ਐਟ ਨਾਈਟ, ਹੈ ਨਾ, ਇਨਸੋਮਨੀਆ ਕਹਿ ਦਿੰਦੇ ਅਸੀਂ, ਸਾਨੂੰ ਇੱਕ ਤਰ੍ਹਾਂ ਦੀ ਕੀ ਹੈ ਇਹ ਡਿਸਏਬਿਲਿਟੀ ਕਹਿ ਸਕਦੇ ਇਹਨੂੰ ਵੀ। ਡਿਸਏਬਿਲਿਟੀ ਦਾ ਟੌਪਿਕ ਸਾਨੂੰ ਆਲਰੇਡੀ +2 ਦੀ ਕਿਤਾਬ ਦੇ ਵਿੱਚ ਦਿੱਤਾ ਹੋਇਆ ਜੀ। ਉਸ ਤੋਂ ਬਾਅਦ ਸੇਫ ਸਾਊਂਡ ਆ ਜਾਂਦਾ ਜੀ। ਸੇਫ ਸਾਊਂਡ ਤੁਹਾਨੂੰ ਸੇਫਟੀ ਐਂਡ ਮੇਜਰਮੈਂਟਸ, ਹੈ ਨਾ, ਸਾਨੂੰ ਇੱਕ ਸਿਲੇਬਸ ਦੇ ਵਿੱਚ ਟੌਪਿਕ ਦਿੱਤਾ ਹੋਇਆ ਉਹਨਾਂ ਨੇ, ਸੇਫਟੀ ਦੇ ਨਾਲ ਪਰਪਸ ਰੱਖਦਾ ਇਹ, ਹੈ ਨਾ। ਤਾਂ ਇਹ ਕੁਐਸਚਨ ਵੀ ਉਹਦੇ ਨਾਲ ਰਿਲੇਟ ਹੋਏਗਾ ਜੀ। ਉਸ ਤੋਂ ਬਾਅਦ ਸੀਨੀਅਰ ਸਿਟੀਜ਼ਨ ਟੈਸਟ ਹੈਗਾ ਜੀ, ਇਹ ਵੀ ਬੋਡੀ ਅਸੈਸਮੈਂਟ ਟੂਲ ਹੈ ਇੱਕ ਤਰ੍ਹਾਂ ਦੀ। ਉਸ ਤੋਂ ਬਾਅਦ ਜੀ ਡਿਕੈਥਲਨ ਆ ਗਿਆ, ਐਥਲੈਟਿਕਸ ਤਾਂ ਗੇਮਸ ਦੇ ਨਾਲ ਰਿਲੇਟ ਹੋ ਰਿਹਾ। ਗੇਮਸ ਜਿਹੜੀਆਂ ਕਿ ਪ੍ਰੈਕਟੀਕਲ ਪਾਰਟ ਨੇ 6ਵੀਂ ਤੋਂ 12ਵੀਂ ਤੱਕ ਦਾ।
ਸਪੀਡ ਪਲੇ ਇਹ ਵੀ +2 ਦੀ ਕਿਤਾਬ ਦੇ ਵਿੱਚੋਂ ਆ ਜੀ, ਦੂਜਾ ਚੈਪਟਰ ਹੀ ਹੈਗਾ ਖੇਡ ਸਿਖਲਾਈ, ਉਹਦੇ ਵਿੱਚੋਂ ਕੁਐਸਚਨ ਪਾਇਆ ਹੋਇਆ ਸਾਡਾ ਇਹ। ਨੈਕਸਟ ਆ ਗਿਆ ਜੀ ਸਟੇਬਿਲਿਟੀ ਐਂਡ ਬੈਲੈਂਸ, ਤਾਂ ਇਹ ਬਾਇਓਮਕੈਨਿਕਸ ਦਾ ਕੁਐਸਚਨ ਹੈਗਾ, ਇਹ CBSE ਦੇ ਵਿੱਚੋਂ ਹੋਏਗਾ। ਡੱਕ ਟਰਮ ਹੈ ਜਿਹੜੀ ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਤਾਂ ਇਹ ਟਰਮੀਨੋਲੋਜੀ ਹੈਗੀ ਸਪੋਰਟਸ ਦੇ ਨਾਲ ਰਿਲੇਟਡ, ਤਾਂ ਇਹ ਡਾਇਰੈਕਟਲੀ ਸਾਨੂੰ ਨਹੀਂ ਦਿੱਤਾ ਹੋਇਆ, ਪਰ ਸਪੋਰਟਸ ਕਿਉਂਕਿ ਇਨਕਲੂਡਡ ਹੈਗੀਆਂ ਨੇ, ਕੁਐਸਚਨ ਹੋ ਸਕਦਾ ਜੀ। ਵੋਲੀਬੋਲ ਦੇ ਨਾਲ ਸੰਬੰਧਿਤ ਕੁਐਸਚਨ ਹੈ, ਹੋ ਸਕਦਾ ਹੈ ਜੀ। ਈਪਨ ਟਰਮ ਜੂਡੋ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਇਨਡਾਇਰੈਕਟਲੀ ਸਪੋਰਟਸ ਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ। ਉਸ ਤੋਂ ਬਾਅਦ ਟੂਰਨਾਮੈਂਟ ਸਾਨੂੰ ਕਿਤੇ ਵੀ ਨਹੀਂ ਦਿੱਤਾ, ਪਰ ਟੂਰਨਾਮੈਂਟ ਹੈ ਜਿਹੜਾ 11ਵੀਂ ਕਲਾਸ ਦੇ ਵਿੱਚ ਲਾਸਟ 7ਵਾਂ ਚੈਪਟਰ ਹੈਗਾ ਫਿਜ਼ੀਕਲ ਐਜੂਕੇਸ਼ਨ ਦੀ ਬੁੱਕ ਦੇ ਵਿੱਚ ਜੀ, ਤਾਂ ਉਹਦੇ ਵਿੱਚੋਂ ਕੁਐਸਚਨ ਹੈ ਜਿਹੜਾ ਪੁੱਛਿਆ ਗਿਆ, ਕਿਉਂਕਿ ਉਹਨਾਂ ਨੇ ਅਪ ਟੂ ਸੈਕੰਡਰੀ ਲੈਵਲ ਆਖਿਆ ਕਿ ਪੇਪਰ ਆ ਸਕਦਾ। ਅੱਗੇ ਆ ਗਿਆ ਜੀ, ਫਿਰ ਇਹ ਟੂਰਨਾਮੈਂਟ ਦੇ ਵਿੱਚੋਂ ਕੁਐਸਚਨ ਹੈਗਾ ਹੈ ਨਾ, ਤਾਂ ਇਹ ਕੁਐਸਚਨ ਨੇ ਜਿਹੜੇ ਪੁੱਛੇ ਗਏ ਨੇ ਸਾਡੇ ਤੋਂ। ਹੁਣ ਇਹਨਾਂ ਦਾ ਰਿਲੇਸ਼ਨ ਦੇਖ ਲਈਏ ਜੀ, ਇਹ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਨਾ, ਕਿ ਉਹਨਾਂ ਨੇ ਆਲਰੇਡੀ ਸਾਨੂੰ ਕਹਿ ਚੁੱਕੇ ਨੇ ਕਿ ਸੈਕੰਡਰੀ ਲੈਵਲ ਤੱਕ ਅਸੀਂ ਪੇਪਰ ਪਾ ਸਕਦੇ ਹਾਂ, ਅਤੇ ਜ਼ਰੂਰੀ ਨਹੀਂ ਕਿ ਇਕੱਲੇ ਪੰਜਾਬ ਬੋਰਡ ਦੀਆਂ ਕਿਤਾਬਾਂ 'ਚੋਂ ਪਾਉਣਾ, ਅਸੀਂ ਜਿਹੜਾ ਸਿਲੇਬਸ ਹੈ ਹੋਰ ਕਿੱਥੋਂ ਪਾ ਸਕਦੇ ਹਾਂ, NCERT ਤੋਂ, CBSE ਤੋਂ ਵੀ ਪਾ ਸਕਦੇ ਹਾਂ। ਅੱਗੇ ਦੇਖੋ ਜੀ, ਜਿੰਨੇ ਟੈਸਟ ਨੇ, ਤਾਂ ਟੈਸਟ ਸਾਰੇ ਦੇ ਸਾਰੇ ਕਵਰ ਕੌਣ ਕਰ ਰਿਹਾ, ਅਸੈਸਮੈਂਟ ਟੂਲ ਕਵਰ ਕਰ ਰਹੀਆਂ ਨੇ, ਕਿ ਫਿਜ਼ੀਕਲ ਹੈਲਥ ਦੇਖਣੀ ਤੁਸੀਂ ਕਿਸ ਤਰੀਕੇ ਨਾਲ ਕਿਸੇ ਦੀ ਦੇਖੋਗੇ, ਹੈ ਨਾ, ਤਾਂ ਇਹ ਕਿਤੇ ਨਾ ਕਿਤੇ ਇਹਦੇ ਨਾਲ ਰਿਲੇਟ ਹੈ ਜਿਹੜਾ ਹੋ ਸਕਦਾ ਜੀ ਉਹ। ਬਾਕੀ CBSE ਕਿਉਂਕਿ ਸੈਕੰਡਰੀ ਲੈਵਲ ਦਿੱਤਾ, ਤਾਂ CBSE ਦੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰੇ ਟੈਸਟ ਨੇ ਜਿਹੜੇ ਉਹ ਦਿੱਤੇ ਹੋਏ ਨੇ। ਉਸ ਤੋਂ ਬਾਅਦ ਆ ਗਿਆ ਜੀ એનર્ਜੀ ਰਿਕੁਆਇਰਮੈਂਟ, ਜਿਹੜਾ ਉਹਨਾਂ ਨੇ ਕੈਲਰੀ ਪੁੱਛਿਆ ਸੀਗਾ ਕਿ ਕਿੰਨੀਆਂ ਹੁਣ ਲੈਣੀਆਂ ਚਾਹੀਦੀਆਂ ਨੇ, ਹੈ ਨਾ, ਤਾਂ ਉਹਨਾਂ ਨੇ ਆਲਰੇਡੀ ਇਹ ਨਿਊਟ੍ਰੀਸ਼ਨ ਐਂਡ ਬੈਲੈਂਸ ਡਾਈਟ ਸਾਨੂੰ ਦਿੱਤਾ ਹੋਇਆ। ਸੇਫਟੀ ਐਜੂਕੇਸ਼ਨ ਉਹਨਾਂ ਨੇ ਪੁੱਛਿਆ ਸਾਨੂੰ ਕਿ ਕਿੰਨਾ ਸਾਊਂਡ ਹੈ ਜਿਹੜਾ ਸੇਫ ਹੈਗਾ ਸਾਡੇ ਲਈ, ਹੈ ਨਾ, ਤਾਂ ਸੇਫਟੀ ਐਜੂਕੇਸ਼ਨ ਦਾ ਪਾਰਟ ਹੈਗਾ ਜੀ। ਉਸ ਤੋਂ ਬਾਅਦ ਸਪੋਰਟਸ ਦੇ ਨਾਲ ਜਿੰਨੇ ਜ਼ਿਆਦਾ ਰਿਲੇਟਡ ਕੁਐਸਚਨ ਸਾਨੂੰ ਪੁੱਛੇ ਗਏ ਨੇ, ਚਾਹੇ ਉਹ ਪੁੱਛਿਆ ਗਿਆ ਕਿ ਕਿਹਨੇ ਸ਼ੁਰੂ ਕੀਤੀ ਓਲੰਪਿਕਸ, ਕਿਹਨਾਂ ਨੇ ਸ਼ੁਰੂ ਕੀਤੀ, ਵਿੰਟਰ ਓਲੰਪਿਕਸ ਕਦੋਂ ਸ਼ੁਰੂ ਹੋਈ, ਤਾਂ ਇਹ ਓਲੰਪਿਕਸ ਦੇ ਕੁਐਸਚਨ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ, ਕਿਉਂਕਿ ਸਪੋਰਟਸ ਵਰਡ ਸਾਡੇ ਕੋਲ ਹੈਗਾ ਸਿਲੇਬਸ ਦੇ ਵਿੱਚ, ਤਾਂ ਰਿਲੇਟ ਕੀਤਾ ਜਾ ਸਕਦਾ। ਤਾਂ ਇਹ ਕਿਤੇ ਨਾ ਕਿਤੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਾਡੇ ਨਾਲ ਰਿਲੇਟ ਹੋ ਰਹੇ ਨੇ ਜੀ। ਚਲੋ ਜੇ ਡਿਪਾਰਟਮੈਂਟ ਇਹਨਾਂ ਦਾ ਸਾਨੂੰ ਗ੍ਰੇਸ ਦਿੰਦਾ, ਕਿਉਂਕਿ ਡਾਇਰੈਕਟਲੀ ਲਿੰਕਡ ਨਹੀਂ ਹੈਗੇ, ਜੋ ਸਿਲੇਬਸ ਦਿੱਤਾ ਸੀ ਹਰ ਇੱਕ ਬੱਚਾ ਕੋਈ ਵੀ ਹੋਵੇ ਤਾਂ ਸਿਲੇਬਸ ਨੂੰ ਹੀ ਪ੍ਰੈਫਰ ਕਰਾਂਗੇ, ਤਾਂ ਸਿਲੇਬਸ ਨੂੰ ਸਭ ਨੇ ਪ੍ਰੈਫਰ ਕੀਤਾ ਹੈ। ਪਰ ਸ਼ਾਇਦ ਇਹ ਗੱਲ ਕਿਸੇ ਨੇ ਨਹੀਂ ਪੜ੍ਹੀ ਹੋਏਗੀ, ਕਿਉਂਕਿ ਉਹਨਾਂ ਨੇ ਇਹ ਵੀ ਦਿੱਤਾ ਹੋਇਆ ਕਿ ਸੈਕੰਡਰੀ ਲੈਵਲ ਤੱਕ ਪੇਪਰ ਹੈ ਜਿਹੜਾ ਉਹ ਆ ਸਕਦਾ, ਤਾਂ ਉਹ ਤੋਂ ਬਹੁਤ ਸਾਰੇ ਜਿਹੜੇ ਦੋਸਤ ਸਾਥੀ ਨੇ ਉਹ ਅਣਗਹਿਲੇ ਰਹੇ ਹੋਣਗੇ। ਤਾਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਦੇ ਕਿਸੇ ਨੰਬਰ ਘੱਟਦੇ ਨੇ, ਅਤੇ ਜੇਕਰ ਡਿਪਾਰਟਮੈਂਟ ਉਹਨਾਂ ਨੂੰ ਗ੍ਰੇਸ ਅੰਕ ਦੇ ਦਿੰਦਾ ਜੀ, ਤਾਂ ਸਭ ਦਾ ਭਲਾ ਹੋਏਗਾ, ਹੈ ਨਾ, ਤਾਂ ਆਪਣਾ ਨੈਕਸਟ ਪੇਪਰ ਲਈ ਤਿਆਰੀ ਦੇ ਵਿੱਚ ਜੁਟ ਜਾਓਗੇ। ਤਾਂ ਇਹ ਥੋੜ੍ਹੀਆਂ ਕੁਐਰੀਜ਼ ਸੀਗੀਆਂ ਜਿਹੜੀਆਂ ਮੈਂ ਵੀਡੀਓ ਬਣਾਉਣ ਦੀ ਜਲਦੀ ਤਾਂ ਹੀ ਨਹੀਂ ਕੀਤੀ ਸੀਗੀ, ਤਾਂ ਕਿ ਜੋ ਮੈਨੂੰ ਖੁਦ ਪਹਿਲਾਂ ਡਾਊਟਸ ਹੈਗੇ ਨੇ ਉਹ ਕਲੀਅਰ ਹੋ ਜਾਣ, ਕਿ ਪੇਪਰ ਸੱਚਿਓਂ ਬਾਹਰੋਂ ਹੈਗਾ ਸੀਗਾ ਜਾਂ ਨਹੀਂ, ਕਿ ਉਹਦਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੁਐਸਚਨਸ ਦਾ ਸੰਬੰਧ ਹੈਗਾ ਸੀ ਸਿਲੇਬਸ ਦੇ ਨਾਲ ਜਾਂ ਨਹੀਂ। ਤਾਂ ਬਾਕੀ ਦੋਸਤੋ ਤੁਹਾਡੀ ਕੀ ਰਾਏ ਹੈ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਜੀ। ਧੰਨਵਾਦ।